हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਸੈਕਸ਼ਨ ਬੀ ਦੀ 6ਵੀਂ ਪੋਇਮ ਦਾ ਰੋਡ ਨੋਟ ਟੇਕਨ, ਜਿਸ ਨੂੰ ਕਿ ਰੋਬਰਟ ਫਰੋਸਟ ਨੇ ਲਿਖਿਆ ਹੋਇਆ ਹੈ, ਇਸ ਪੋਇਮ ਦੇ ਕੁਐਸਚਨ ਆਨਸਰਸ ਅਤੇ ਐਕਸਰਸਾਈਜ਼ਸ ਵਿਦ ਸੋਲੂਸ਼ਨਸ ਡਿਸਕਸ ਕਰਾਂਗੇ। ਇਹ ਇਸ ਪੋਇਮ ਦੀ ਸੀਰੀਜ਼ ਦੀ ਸਾਡੀ ਦੂਸਰੀ ਵੀਡੀਓ ਹੋਏਗੀ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਇਸ ਪੋਇਮ ਦੀ ਪਹਿਲੀ ਵੀਡੀਓ ਦੇ ਵਿੱਚ ਇਹ ਪੂਰੀ ਪੋਇਮ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਐਕਸਪਲੇਨ ਕੀਤੀ ਹੈ। ਇਸ ਦੀ ਪੈਰਾਫਰੇਜ਼ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾਈ ਹੈ, ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ। ਤਾਂ ਮੈਨੂੰ ਉਮੀਦ ਹੈ ਬੱਚਿਓ ਕਿ ਤੁਸੀਂ ਇਹ ਵਾਲਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ, ਕਿਉਂਕਿ ਜੇਕਰ ਤੁਸੀਂ ਇਹ ਵੀਡੀਓ ਦੇਖੀ ਹੈ ਤਾਂ ਹੀ ਫਿਰ ਤੁਸੀਂ ਅੱਜ ਵਾਲੇ ਵੀਡੀਓ ਨੂੰ ਪ੍ਰੋਪਰ ਸਮਝ ਪਾਓਗੇ। ਕੁਐਸਚਨ ਆਨਸਰਸ ਬੱਚਿਓ ਤਾਂ ਹੀ ਸਮਝ ਆਉਂਦੇ ਹਨ ਜੇਕਰ ਅਸੀਂ ਪੋਇਮ ਦਾ ਟੈਕਸਟ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹਿਆ ਹੋਵੇ, ਨਹੀਂ ਤਾਂ ਫਿਰ ਬੱਚੇ ਰੱਟੇ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਰੱਟੇ ਬਹੁਤੇ ਕਾਮਯਾਬ ਨਹੀਂ ਰਹਿੰਦੇ। ਤਾਂ ਮੈਂ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜੇਕਰ ਤੁਸੀਂ ਇਹ ਵਾਲਾ ਵੀਡੀਓ ਨਹੀਂ ਦੇਖਿਆ ਤਾਂ ਤੁਹਾਨੂੰ ਮੈਂ ਸਕਰੀਨ ਦੇ ਟੌਪ ਰਾਈਟ ਕਾਰਨਰ ਤੇ ਇਸ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਲਿੰਕ ਤੇ ਜਾ ਕੇ ਤੁਸੀਂ ਇਹ ਵਾਲੀ ਸਾਰੀ ਪੋਇਮ ਸਮਝ ਪਾਓਗੇ। ਜਿਨ੍ਹਾਂ ਬੱਚਿਆਂ ਨੇ ਵੀਡੀਓ ਦੇਖ ਰੱਖਿਆ ਹੈ ਉਹ ਅੱਜ ਵਾਲਾ ਵੀਡੀਓ ਕੰਟੀਨਿਊ ਕਰ ਸਕਦੇ ਹਨ। ਸਟੂਡੈਂਟਸ, ਤੁਹਾਡੀ ਬੁੱਕ ਦੇ ਪੇਜ ਨੰਬਰ 118 ਦੇ ਉੱਪਰ ਤੁਹਾਨੂੰ ਇਸ ਪੋਇਮ ਦੇ ਨਾਲ ਸੰਬੰਧਿਤ ਐਕਸਰਸਾਈਜ਼ਸ, ਕੁਐਸਚਨ ਵਗੈਰਾ ਦਿੱਤੇ ਹੋਏ ਨੇ। ਅਸੀਂ ਪਹਿਲਾਂ ਇੱਕ ਵਾਰੀ ਉਹ ਸਾਰੇ ਕੁਐਸਚਨਸ ਦੇਖ ਲੈਂਦੇ ਹਾਂ, ਜਿਵੇਂ ਕਿ ਕੰਪਰੀਹੈਂਸ਼ਨ ਐਂਡ ਇੰਜੋਇਮੈਂਟ ਦੇ ਵਿੱਚ ਜਿਹੜਾ ਪਹਿਲਾ ਕੁਐਸਚਨ ਹੈ ਉਹ ਹੈ ਗਿਵ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ, ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਅਸੀਂ ਅੱਜ ਵਾਲੇ ਵੀਡੀਓ ਦੇ ਵਿੱਚ ਇਹੀ ਵਾਲਾ ਕੁਐਸਚਨ ਡਿਸਕਸ ਕਰਾਂਗੇ। ਇਸੇ ਪੇਜ ਦੇ ਉੱਪਰ ਕੁਐਸਚਨ ਨੰਬਰ 2 ਦੇ ਵਿੱਚ ਤੁਹਾਨੂੰ ਇੱਕ ਸਟੈਂਜ਼ਾ ਦੇ ਕੇ ਉਸ ਦੇ ਨੀਚੇ ਕੁਐਸਚਨ ਆਨਸਰਸ ਪੁੱਛੇ ਗਏ ਨੇ। ਇਸੇ ਤਰ੍ਹਾਂ ਦਾ ਇੱਕ ਹੋਰ ਪੈਰਾ ਕੁਐਸਚਨ ਨੰਬਰ 3 ਦੇ ਵਿੱਚ ਦਿੱਤਾ ਹੋਇਆ ਹੈ। ਪੋਇਮਸ ਦੀਆਂ ਕੁਝ ਲਾਈਨਸ ਲੈ ਕੇ, ਇੱਕ ਸਟੈਂਜ਼ਾ ਲੈ ਕੇ ਨੀਚੇ ਫਿਰ ਉਸ ਦੇ ਕੁਐਸਚਨ ਆਨਸਰਸ ਦਿੱਤੇ ਹੋਏ ਨੇ। ਜਿਹੜਾ ਥਰਡ ਕੁਐਸਚਨ ਤੁਸੀਂ ਦੇਖ ਪਾ ਰਹੇ ਹੋ ਉਸ ਦਾ ਲਾਸਟ ਕੁਐਸਚਨ ਦੇਖੋ, ਜਸਟੀਫਾਈ ਦਾ ਟਾਈਟਲ ਆਫ ਦਾ ਪੋਇਮ ਦਾ ਰੋਡ ਨੋਟ ਟੇਕਨ। ਤਾਂ ਬੱਚਿਓ, ਜਿਹੜਾ ਅਸੀਂ ਅੱਜ ਲੌਂਗ ਆਨਸਰ ਟਾਈਪ ਕੁਐਸਚਨ ਜਾਂ ਐਸੇ ਟਾਈਪ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ, ਉਸ ਦੇ ਵਿੱਚ ਅਸੀਂ ਇਹ ਦੋਵੇਂ ਕੁਐਸਚਨ, ਇੱਕ ਤਾਂ ਜਸਟੀਫਾਈ ਦਾ ਟਾਈਟਲ ਆਫ ਦਾ ਪੋਇਮ ਅਤੇ ਦੂਸਰਾ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ, ਇਹਨਾਂ ਦੋਨਾਂ ਦਾ ਆਨਸਰ ਡਿਸਕਸ ਕਰਾਂਗੇ। ਤਾਂ ਮੈਂ ਜਿਹੜਾ ਇੱਕ ਕੰਪਰੀਹੈਂਸਿਵ ਆਨਸਰ ਬਣਾਇਆ ਹੈ ਉਸ ਦੇ ਵਿੱਚ ਇਹ ਦੋਵਾਂ ਦਾ ਆਨਸਰ ਇਨਕਲੂਡ ਹੈ। ਐਗਜ਼ਾਮ ਦੇ ਵਿੱਚ ਜੇਕਰ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਆਉਂਦਾ ਹੈ ਤਾਂ ਤੁਸੀਂ ਉਹ ਵਾਲਾ ਆਨਸਰ ਤੁਸੀਂ ਲਿਖ ਸਕਦੇ ਹੋ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਸਟੂਡੈਂਟਸ, ਐਸੇ ਟਾਈਪ ਕੁਐਸਚਨ ਡਿਸਕਸ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਆਪਾਂ ਇਸ ਆਨਸਰ ਨੂੰ ਬਣਾਉਣ ਦੇ ਲਈ ਕੁਝ ਪੁਆਇੰਟਸ ਆਪਣੇ ਕੋਲ ਜ਼ਰੂਰ ਹੋਣ, ਅਤੇ ਇਹ ਪੁਆਇੰਟ ਸਾਨੂੰ ਮਾਈਂਡ ਮੈਪ ਦੀ ਸ਼ੇਪ ਦੇ ਵਿੱਚ ਪ੍ਰਾਪਤ ਹੋ ਜਾਂਦੇ ਨੇ। ਤਾਂ ਸਭ ਤੋਂ ਪਹਿਲਾਂ ਅਸੀਂ ਮਾਈਂਡ ਮੈਪ ਹੀ ਡਿਸਕਸ ਕਰਦੇ ਹਾਂ। ਤਾਂ ਸਾਡੀ ਪੋਇਮ ਹੈ ਦਾ ਰੋਡ ਨੋਟ ਟੇਕਨ, ਜਿਸ ਨੂੰ ਕਿ ਰੋਬਰਟ ਫਰੋਸਟ ਨੇ ਲਿਖਿਆ ਹੋਇਆ ਹੈ। ਹੁਣ ਇਹ ਜਿਹੜੀ ਪੋਇਮ ਹੈ ਇਹ ਚੋਇਸ ਮੇਕਿੰਗ ਦੇ ਆਈਡੀਆ ਦੇ ਉੱਪਰ ਆਧਾਰਿਤ ਹੈ। ਨਾ ਚੋਇਸ ਮੇਕਿੰਗ ਕੀ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਬੱਚਿਓ ਕਈ ਵਾਰੀ ਅਜਿਹੇ ਪਲ ਆਉਂਦੇ ਨੇ ਜਿੱਥੇ ਸਾਨੂੰ ਕੋਈ ਫੈਸਲਾ ਲੈਣਾ ਪੈਂਦਾ ਹੈ, ਅਤੇ ਸਾਡੇ ਕੋਲੇ ਦੋ ਆਪਸ਼ਨਸ ਹੁੰਦੀਆਂ ਨੇ, ਉਹਨਾਂ ਵਿੱਚੋਂ ਕੋਈ ਇੱਕ ਲੈਣੀ ਪੈਂਦੀ ਹੈ। ਕਈ ਵਾਰੀ ਅਸੀਂ ਜੋ ਫੈਸਲਾ ਲੈਂਦੇ ਹਾਂ ਉਹ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਪ੍ਰੂਵ ਹੁੰਦਾ ਹੈ, ਪਰ ਕਈ ਵਾਰੀ ਨਹੀਂ ਹੁੰਦਾ। ਦੂਸਰਾ ਪੁਆਇੰਟ ਇਹ ਆ ਜਾਂਦਾ ਹੈ ਕਿ ਚੋਇਸ ਆਫ ਏਮ ਇਜ਼ ਵੈਰੀ ਡਿਫਿਕਲਟ। ਕਈ ਵਾਰੀ ਬੱਚਿਓ ਆਪਣਾ ਟੀਚਾ ਚੋਇਸ ਕਰਨਾ ਹੀ ਔਖਾ ਹੋ ਜਾਂਦਾ ਹੈ ਜ਼ਿੰਦਗੀ ਦੇ ਵਿੱਚ। ਰਾਈਟ ਚੋਇਸ ਕੈਨ ਮੇਕ ਆਵਰ ਲਾਈਫ। ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਫੈਸਲੇ ਲਏ ਨੇ, ਰਾਈਟ ਚੋਇਸ ਮਤਲਬ ਕਿ ਸਹੀ ਸਾਨੇ ਚੁਣਾਵ ਕੀਤਾ ਹੈ ਕਿਸੇ ਵੀ ਫੈਸਲੇ ਦੇ ਪ੍ਰਤੀ, ਤਾਂ ਉਸ ਦੇ ਨਾਲ ਸਾਡੀ ਜ਼ਿੰਦਗੀ ਬਣ ਜਾਂਦੀ ਹੈ। ਲੇਕਿਨ ਰੋਂਗ ਚੋਇਸ ਕੈਨ ਸਪੋਇਲ ਆਵਰ ਲਾਈਫ,
ਜੇਕਰ ਅਸੀਂ ਰੋਂਗ ਫੈਸਲੇ ਆਪਣੀ ਜ਼ਿੰਦਗੀ ਦੇ ਵਿੱਚ ਲਏ ਨੇ, ਗਲਤ ਫੈਸਲੇ ਆਪਣੀ ਜ਼ਿੰਦਗੀ ਦੇ ਵਿੱਚ ਲਏ ਨੇ, ਤਾਂ ਸਾਡੀ ਜ਼ਿੰਦਗੀ ਸਪੋਇਲ ਹੋ ਜਾਂਦੀ ਹੈ, ਖਰਾਬ ਹੋ ਜਾਂਦੀ ਹੈ। ਆਰਡੀਨਰੀ ਪੀਪਲ ਫੋਲੋ ਦਾ ਬੀਟਨ ਪਾਥ। ਹੁਣ ਇਸ ਪੋਇਮ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਕਵੀ ਨੂੰ ਆਪਣੇ ਸਾਹਮਣੇ ਦੋ ਰਸਤੇ ਨਜ਼ਰ ਆਉਂਦੇ ਨੇ ਤਾਂ ਉਹ ਅੰਦਾਜ਼ਾ ਲਗਾਉਂਦਾ ਹੈ ਕਿ ਇੱਕ ਰਸਤਾ ਜ਼ਿਆਦਾ ਲੋਕਾਂ ਨੇ ਚੁਣਿਆ ਹੋਇਆ ਹੈ, ਦੂਸਰੇ ਰਸਤੇ ਦੇ ਉੱਪਰ ਲੋਕ ਘੱਟ ਗਏ ਨੇ। ਤਾਂ ਆਮ ਤੌਰ 'ਤੇ ਹੁੰਦਾ ਤਾਂ ਐਵੇਂ ਹੈ ਕਿ ਇੱਕ ਆਮ ਇਨਸਾਨ, ਆਰਡੀਨਰੀ ਪੀਪਲ, ਇੱਕ ਆਮ ਇਨਸਾਨ ਜਿਹੜਾ ਹੁੰਦਾ ਹੈ ਉਹ ਬੀਟਨ ਪਾਥ ਨੂੰ ਫੋਲੋ ਕਰਦਾ ਨਾ। ਇੱਥੇ ਬੀਟਨ ਪਾਥ ਦਾ ਮਤਲਬ ਹੈ ਕਿ ਉਹ ਰਸਤਾ ਜੋ ਜ਼ਿਆਦਾ ਲੋਕ ਚੁਣਦੇ ਨੇ। ਆਮ ਤੌਰ 'ਤੇ ਆਪਾਂ ਇਹਨੂੰ ਪੰਜਾਬੀ 'ਚ ਬੱਚਿਓ ਭੇਡ ਚਾਲ ਵੀ ਕਹਿ ਦਿੰਦੇ ਹਾਂ ਕਿ ਕੋਈ ਜਦੋਂ ਜ਼ਿਆਦਾ ਇਨਸਾਨ ਇੱਕ ਪਾਸੇ ਤੁਰਦੇ ਨੇ ਤਾਂ ਆਪਾਂ ਵੀ ਉਸੇ ਪਾਸੇ ਤੁਰਨ ਦੀ ਕੋਸ਼ਿਸ਼ ਕਰਦੇ ਹਾਂ, ਪਰੰਤੂ ਜਿਹੜੇ ਮਹਾਨ ਇਨਸਾਨ ਹੁੰਦੇ ਨੇ ਉਹ ਅਜਿਹਾ ਨਹੀਂ ਕਰਦੇ। ਗ੍ਰੇਟ ਸੋਲਸ ਪ੍ਰੈਫਰ ਟੂ ਟ੍ਰੈਡ ਨਿਊ ਪਾਥ। ਹੁਣ ਇੱਥੇ ਗ੍ਰੇਟ ਸੋਲਸ ਮਹਾਨ ਇਨਸਾਨਾਂ ਨੂੰ ਕਿਹਾ ਗਿਆ ਹੈ ਕਿ ਮਹਾਨ ਆਤਮਾਵਾਂ, ਮਹਾਨ ਇਨਸਾਨ ਇਹ ਪ੍ਰੈਫਰ ਕਰਦੇ ਨੇ ਕਿ ਉਹ ਨਵੇਂ-ਨਵੇਂ ਰਸਤਿਆਂ ਦੇ ਉੱਪਰ ਤੁਰਨ, ਨਾ ਕਿ ਉਹਨਾਂ ਰਸਤਿਆਂ ਦੇ ਉੱਪਰ ਜੋ ਕਿ ਪਹਿਲਾਂ ਹੀ ਲੋਕਾਂ ਦੁਆਰਾ ਬਣਾਏ ਗਏ ਨੇ। ਪੋਇਟ ਡਿਸਾਈਡਡ ਟੂ ਗੋ ਬਾਈ ਲੈਸ ਟਰੈਵਲਡ ਰੋਡ। ਹੁਣ ਇਸ ਪੋਇਮ ਦੇ ਵਿੱਚ ਕਵੀ ਇਹ ਨਿਸ਼ਚਾ ਕਰਦਾ ਹੈ ਕਿ ਉਹ ਵਾਲਾ ਰੋਡ ਟਰੈਵਲ ਕਰੇਗਾ, ਉਸ ਰੋਡ 'ਤੇ ਯਾਤਰਾ ਕਰੇਗਾ ਜੋ ਕਿ ਲੋਕਾਂ ਵੱਲੋਂ ਘੱਟ ਟਰੈਵਲ ਕੀਤੀ ਗਈ ਹੈ। ਮਤਲਬ ਉਸ ਰਸਤੇ 'ਤੇ ਚੱਲੇਗਾ ਜੋ ਲੋਕਾਂ ਨੇ ਘੱਟ ਚੁਣਿਆ ਆਪਣੀ ਜ਼ਿੰਦਗੀ ਦੇ ਵਿੱਚ। ਅਤੇ ਇਸ ਦੇ ਨਾਲ ਹੋਇਆ ਕਿ ਮੇਕਸ ਆਲ ਦਾ ਡਿਫਰੈਂਸ ਇਨ ਲਾਈਫ, ਕਿ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ, ਜ਼ਿੰਦਗੀ ਦੇ ਵਿੱਚ ਇੱਕ ਬਦਲਾਵ ਆ ਜਾਂਦਾ ਹੈ, ਡਿਫਰੈਂਸ ਆ ਜਾਂਦਾ ਹੈ। ਪਰੰਤੂ ਬੱਚਿਓ, ਜਦੋਂ ਮੈਂ ਤੁਹਾਨੂੰ ਇਹ ਪੋਇਮ ਐਕਸਪਲੇਨ ਕੀਤੀ ਸੀ ਤਾਂ ਮੈਂ ਦੱਸਿਆ ਸੀ ਕਿ ਇਹ ਪੋਇਮ ਜਿਹੜੀ ਹੈ ਨਾ, ਇਹ ਇੱਕ ਓਪਨ ਐਂਡਡ ਪੋਇਮ ਹੈ। ਓਪਨ ਐਂਡਡ ਪੋਇਮ ਦਾ ਮਤਲਬ ਇਹ ਹੁੰਦਾ ਹੈ ਕਿ ਇਹ ਤੁਸੀਂ ਸੋਚਣਾ ਹੈ ਕਿ ਇਸ ਪੋਇਮ ਦੇ ਵਿੱਚ ਜੋ ਕਵੀ ਨੇ ਰਸਤਾ ਚੁਣਿਆ ਉਹ ਸਹੀ ਚੁਣਿਆ ਸੀ ਜਾਂ ਗਲਤ ਚੁਣਿਆ ਸੀ। ਇਸ ਨੂੰ ਫੈਸਲਾ ਕਰਨ ਦਾ ਅਧਿਕਾਰ ਕਵੀ ਨੇ ਤੁਹਾਨੂੰ ਦਿੱਤਾ ਹੈ ਤੇ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਵੀ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਫੈਸਲਾ ਲੈਣਾ ਹੈ ਤਾਂ ਉਹ ਫੈਸਲੇ ਦੇ ਜੋ ਸਿੱਟੇ ਹੋਣਗੇ ਉਹ ਸਾਨੂੰ ਹੀ ਭੁਗਤਣੇ ਪੈਂਦੇ ਨੇ। ਜੇਕਰ ਉਹ ਚੰਗਾ ਫੈਸਲਾ ਹੋਏਗਾ ਤਾਂ ਨੈਚੁਰਲੀ ਹੈ ਕਿ ਸਾਡੀ ਜ਼ਿੰਦਗੀ ਵਧੀਆ ਬਣ ਜਾਏਗੀ। ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਫੈਸਲੇ ਨਹੀਂ ਲਏ ਤਾਂ ਹੋ ਸਕਦਾ ਹੈ ਕਿ ਸਾਡੀ ਜ਼ਿੰਦਗੀ ਓਨੀ ਵਧੀਆ ਨਾ ਬਣੇ। ਤਾਂ ਇਸ ਤਰੀਕੇ ਨਾਲ ਸਾਨੂੰ ਬੱਚਿਓ ਬਹੁਤ ਸਾਰੇ ਪੁਆਇੰਟਸ ਮਿਲ ਗਏ ਹਨ ਅਤੇ ਇਹਨਾਂ ਪੁਆਇੰਟਸ ਦੀ ਮਦਦ ਨਾਲ ਅਸੀਂ ਆਪਣਾ ਐਸੇ ਟਾਈਪ ਕੁਐਸਚਨ ਡਿਵੈਲਪ ਕਰ ਸਕਦੇ ਹਾਂ। ਮੈਡ ਮਾਈਪ ਡਿਸਕਸ ਕਰਨ ਤੋਂ ਬਾਅਦ ਅਸੀਂ ਆਪਣੇ ਮੇਨ ਕੁਐਸਚਨ ਵੱਲ ਆਉਂਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਇਸ ਪੋਇਮ ਦਾ ਜੋ ਮੇਨ ਕੁਐਸਚਨ ਹੈ, ਲੌਂਗ ਆਨਸਰ ਟਾਈਪ ਕੁਐਸਚਨ, ਉਹ ਸੈਂਟਰਲ ਆਈਡੀਆ ਆਫ ਦਾ ਪੋਇਮ ਦਾ ਰੋਡ ਨੋਟ ਟੇਕਨ ਹੀ ਹੈ। ਪਰੰਤੂ ਬੱਚੇ, ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਸਾਡੀਆਂ ਐਕਸਰਸਾਈਜ਼ ਦੇ ਵਿੱਚ ਇੱਕ ਕੁਐਸਚਨ ਸੀ ਕਿ ਜਸਟੀਫਾਈ ਦਾ ਟਾਈਟਲ ਆਫ ਦਾ ਪੋਇਮ, ਕਿ ਅਸੀਂ ਇਸ ਪੋਇਮ ਦੇ ਟਾਈਟਲ, ਸਾਡੀ ਪੋਇਮ ਦਾ ਸ਼ੀਰਸ਼ਕ ਕੀ ਹੈ, ਦਾ ਰੋਡ ਨੋਟ ਟੇਕਨ, ਅਸੀਂ ਉਸ ਨੂੰ ਜਸਟੀਫਾਈ ਕਰੀਏ। ਨੋ ਜਸਟੀਫਾਈ ਦਾ ਮਤਲਬ ਹੁੰਦਾ ਹੈ ਕਿ ਅਸੀਂ ਇਹ ਦੱਸੀਏ ਕਿ ਵਾਕਈ ਇਸ ਪੋਇਮ ਦਾ ਜੋ ਸ਼ੀਰਸ਼ਕ ਹੈ ਉਹ ਸਹੀ ਹੈ। ਤਾਂ ਇਹਨਾਂ ਦੋਨਾਂ ਕੁਐਸਚਨਸ ਦਾ ਆਨਸਰ ਬੱਚਿਓ ਮੈਂ ਇਹ ਵਾਲੇ ਆਨਸਰ ਦੇ ਵਿੱਚ ਇਨਕਲੂਡ ਕੀਤਾ ਹੈ। ਪੇਪਰ ਦੇ ਵਿੱਚ ਜੇਕਰ ਇਹ ਦੋਨੇ ਕੁਐਸਚਨ ਦੇ ਵਿੱਚੋਂ ਕੋਈ ਵੀ ਕੁਐਸਚਨ ਆਉਂਦਾ ਹੈ ਤਾਂ ਤੁਸੀਂ ਇਹ ਵਾਲਾ ਆਨਸਰ ਜੋ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਉਹ ਲਿਖ ਸਕਦੇ ਹੋ। ਤਾਂ ਅਸੀਂ ਆਨਸਰ ਸਟਾਰਟ ਕਰਦੇ ਹਾਂ ਜੀ ਕਿ ਦਾ ਰੋਡ ਨੋਟ ਟੇਕਨ ਇਜ਼ ਰਿਟਨ ਬਾਏ ਰੋਬਰਟ ਫਰੋਸਟ। ਦਾ ਰੋਡ ਨੋਟ ਟੇਕਨ ਸਾਡੀ ਪੋਇਮ ਦਾ ਨਾਮ ਹੈ। ਹਮੇਸ਼ਾ ਦੀ ਤਰ੍ਹਾਂ ਪੋਇਮ ਦੇ ਨਾਮ ਨੂੰ ਤੁਸੀਂ ਸਿੰਗਲ ਕੋਟ ਦੇ ਵਿੱਚ ਪਾਉਣਾ ਹੈ ਅਤੇ ਕੈਪੀਟਲ ਲੈਟਰਸ ਦਾ ਖਿਆਲ ਰੱਖਣਾ ਹੈ। ਕਿਸ ਨੂੰ ਲਿਖਿਆ ਜੀ ਇਸਨੇ? ਰੋਬਰਟ ਫਰੋਸਟ ਨੇ। ਰੋਬਰਟ ਫਰੋਸਟ ਦੇ ਵੀ ਕੈਪੀਟਲ ਤੇ ਸਮੌਲ ਲੈਟਰਸ ਦਾ ਸਾਨੂੰ ਖਿਆਲ ਰੱਖਣਾ ਹੈ। ਦਿਸ ਪੋਇਮ ਗਿਵਸ ਅਸ ਅ ਵੈਰੀ ਗੁੱਡ ਮੈਸੇਜ। ਤਾਂ ਇਹ ਪੋਇਮ ਸਾਨੂੰ ਇੱਕ ਬਹੁਤ ਹੀ ਵਧੀਆ ਸੁਨੇਹਾ ਦਿੰਦੀ ਹੈ। ਸੁਨੇਹਾ ਕੀ ਹੈ? ਆਵਰ ਲਾਈਫ ਇਜ਼ ਡਿਫਾਈਨਡ ਬਾਈ ਦਾ ਚੋਇਸਿਸ ਵੀ ਮੇਕ, ਕਿ ਸਾਡੀ ਜ਼ਿੰਦਗੀ ਪਰਿਭਾਸ਼ਿਤ ਹੁੰਦੀ ਹੈ, ਸਾਡੀ ਜ਼ਿੰਦਗੀ ਬਣਦੀ ਹੈ ਕਿਹਨਾਂ ਦੇ ਨਾਲ? ਉਹਨਾਂ ਚੋਇਸਿਸ ਦੇ ਨਾਲ, ਉਹਨਾਂ ਫੈਸਲਿਆਂ ਦੇ ਨਾਲ, ਉਹਨਾਂ ਚੁਣਾਵਾਂ ਦੇ ਨਾਲ ਜੋ ਕਿ ਅਸੀਂ ਕਰਦੇ ਹਾਂ ਆਪਣੀ ਜ਼ਿੰਦਗੀ 'ਚ। ਵੀ ਮੇਕ ਦਾ ਮਤਲਬ ਕਿ ਅਸੀਂ ਜੋ ਵੀ ਫੈਸਲੇ ਆਪਣੀ ਜ਼ਿੰਦਗੀ 'ਚ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਉਹਨਾਂ ਫੈਸਲਿਆਂ ਦੇ ਨਾਲ, ਉਹਨਾਂ ਚੁਣਾਵਾਂ ਦੇ ਨਾਲ ਡਿਫਾਈਨ ਹੋ ਜਾਂਦੀ ਹੈ। ਨੋ ਡਿਫਾਈਨ ਦਾ ਮਤਲਬ ਹੁੰਦਾ ਹੈ ਪਰਿਭਾਸ਼ਿਤ ਕਰਨਾ, ਪਰੰਤੂ ਇੱਥੇ ਡਿਫਾਈਨ ਦਾ ਮਤਲਬ ਤੁਸੀਂ ਇਹ ਵੀ ਲੈ ਸਕਦੇ ਹੋ ਕਿ ਸਾਡੀ ਜ਼ਿੰਦਗੀ ਸਾਡੇ ਫੈਸਲਿਆਂ ਦੇ ਕਰਕੇ ਹੀ ਬਣਦੀ ਹੈ। The right choice can make our life better while the wrong one can make it worse। ਇਹ ਲਾਈਨ ਜਰਾ ਸਮਝੋ ਕਿ ਜੇਕਰ ਸਾਡੇ ਫੈਸਲੇ ਸਹੀ ਨੇ, ਰਾਈਟ ਚੋਇਸ, ਸਾਨੇ ਜੋ ਚੁਣਾਵ ਕੀਤਾ ਆਪਣੀ ਜ਼ਿੰਦਗੀ 'ਚ ਕਿਸੇ ਵੀ ਫੈਸਲੇ ਦਾ, ਜੇਕਰ ਉਹ ਸਹੀ ਹੋਵੇ, ਰਾਈਟ ਚੋਇਸ ਹੋਵੇ ਤਾਂ ਸਾਡੀ ਜ਼ਿੰਦਗੀ ਬੈਟਰ ਬਣ ਜਾਂਦੀ ਹੈ। ਕੈਨ ਮੇਕ ਆਵਰ ਲਾਈਫ ਬੈਟਰ, ਬੈਟਰ ਦਾ ਮਤਲਬ ਵਧੀਆ ਬਣ ਜਾਂਦੀ ਹੈ। ਜਦੋਂ ਕਿ ਵਾਈਲ ਦਾ ਮਤਲਬ ਜਦੋਂ ਕਿ, ਜੇਕਰ ਸਾਨੇ ਰੋਂਗ ਵਨ, ਇੱਥੇ ਵਨ ਦਾ ਮਤਲਬ ਕੀ ਹੈ? ਚੋਇਸ, ਕਿ ਜੇਕਰ ਸਾਨੇ ਰੋਂਗ ਚੋਇਸ ਕਰ ਲਈ, ਕੋਈ ਗਲਤ ਚੁਣਾਵ ਕਰ ਲਿਆ ਕਿਸੇ ਫੈਸਲੇ ਪ੍ਰਤੀ, ਉਸ ਦੇ ਨਾਲ ਕੈਨ ਮੇਕ ਇਟ ਵਰਸ, ਵਰਸ ਦਾ ਮਤਲਬ ਭੈੜੀ, ਘਟੀਆ। ਕੀ ਘਟੀਆ ਬਣ ਜਾਏਗੀ? ਸਾਡੀ ਜ਼ਿੰਦਗੀ। ਇੱਥੇ ਇਟ ਦਾ ਮਤਲਬ ਕੀ ਹੈ? ਆਵਰ ਲਾਈਫ, ਕਿ ਜੇਕਰ ਅਸੀਂ ਘਟੀਆ ਫੈਸਲੇ ਲਏ, ਜੇਕਰ ਅਸੀਂ ਗਲਤ ਫੈਸਲੇ ਲਏ ਤਾਂ ਉਸ ਨਾਲ ਸਾਡੀ ਜ਼ਿੰਦਗੀ
ਘਟੀਆ ਬਣ ਜਾਏਗੀ, ਭੈੜੀ ਬਣ ਜਾਏਗੀ। ਹੁਣ ਪੋਇਮ 'ਚ ਹੁੰਦਾ ਕੀ ਹੈ ਕਿ ਵਨ ਡੇ ਦ ਪੋਇਟ ਵਾਜ਼ ਗੋਇੰਗ ਥਰੂ ਦ ਫੋਰੈਸਟ। ਇੱਕ ਦਿਨ ਜਿਹੜਾ ਕਵੀ ਹੈ ਸਾਡਾ ਉਹ ਜੰਗਲਾਂ ਦੇ ਵਿੱਚੋਂ ਦੀ ਜਾ ਰਿਹਾ ਹੁੰਦਾ ਹੈ। ਗੋ ਥਰੂ ਦਾ ਮਤਲਬ ਵਿੱਚੋਂ ਦੀ ਲੰਘਣਾ। ਹੀ ਸੌ ਅ ਜੰਕਸ਼ਨ ਆਫ ਟੂ ਰੋਡਸ, ਤਾਂ ਉਸ ਨੂੰ ਦੋ ਰੋਡਸ ਦਾ ਇੱਕ ਜੰਕਸ਼ਨ ਦਿਖਾਈ ਦਿੰਦਾ ਹੈ। ਇਹ ਬਿਲਕੁਲ ਵਾਈ ਸ਼ੇਪ ਦੇ ਵਾਂਗੂ ਇਸ ਤਰ੍ਹਾਂ ਦਿਖਾਈ ਦਿੰਦਾ ਹੈ। ਕਵੀ ਇੱਥੇ ਖੜਾ ਹੁੰਦਾ ਹੈ ਤਾਂ ਉਸ ਨੂੰ ਇਹ ਜੰਕਸ਼ਨ ਦਿਖਾਈ ਦਿੰਦਾ ਹੈ। ਤਾਂ ਇਸ ਚੀਜ਼ ਨੂੰ ਅਸੀਂ ਜੰਕਸ਼ਨ ਕਹਿੰਦੇ ਹਾਂ। ਜੰਕਸ਼ਨ ਦਾ ਮਤਲਬ ਕਿ ਜਿੱਥੇ ਦੋ ਰੋਡਸ ਆ ਕੇ ਮਿਲਦੀਆਂ ਨੇ ਉਸ ਨੂੰ ਕਿਹਾ ਜਾਂਦਾ ਹੈ। ਦ ਪੋਇਟ ਹੈਡ ਟੂ ਚੋਇਸਿਸ ਫॉर ਹਿਮ। ਹੁਣ ਕਵੀ ਕੋਲ ਉਸ ਦੇ ਅੱਗੇ ਦੋ ਚੋਇਸਿਸ ਹੈ, ਦੋ ਚੁਣਾਵ ਹੈ। ਕਿਹੜੇ ਚੁਣਾਵ ਹੈ? ਇੱਕ ਤਾਂ ਦੇਖੋ ਇਹ ਆਹ ਵਾਲੀ ਰੋਡ ਚੁਣ ਸਕਦਾ ਹੈ ਜਾਂ ਦੂਸਰੀ ਇਹ ਆਹ ਵਾਲੀ ਰੋਡ ਚੁਣ ਸਕਦਾ ਹੈ। ਤਾਂ ਉਹਦੇ ਕੋਲੇ ਦੋ ਚੋਇਸਿਸ ਹੈ। ਹੀ ਫੈਲਟ ਸੋਰੀ ਦੈਟ ਹੀ ਕੁਡ ਨੋਟ ਟਰੈਵਲ ਬੋਥ ਦਾ ਰੋਡਸ। ਤਾਂ ਉਸਨੂੰ ਇਹ ਦੁੱਖ ਮਹਿਸੂਸ ਹੁੰਦਾ ਹੈ। ਫੀਲ ਸੋਰੀ ਦਾ ਮਤਲਬ ਦੁੱਖ ਮਹਿਸੂਸ ਹੋਣਾ, ਕਿ ਉਹ ਦੋਵਾਂ ਰੋਡਸ ਨੂੰ ਮਤਲਬ ਕਿ ਆਹ ਵਾਲੀ ਰੋਡਸ ਨੂੰ ਵੀ ਅਤੇ ਆਹ ਵਾਲੀ ਰੋਡ ਨੂੰ ਵੀ ਉਹ ਟਰੈਵਲ ਨਹੀਂ ਕਰ ਸਕਦਾ, ਯਾਤਰਾ ਨਹੀਂ ਕਰ ਸਕਦਾ, ਬਿਕੋਜ਼ ਉਸ ਨੂੰ ਇੱਕ ਰੋਡ ਚੁਣਨੀ ਪੈਣੀ ਹੈ। ਹੀ ਵਾਜ਼ ਕਨਫਿਊਜ਼ਡ ਅਬਾਊਟ ਵਿਚ ਰੋਡ ਟੂ ਟਰੈਵਲ। ਤਾਂ ਹੁਣ ਉਹ ਕਨਫਿਊਜ਼ ਹੋ ਜਾਂਦਾ ਹੈ। ਕਨਫਿਊਜ਼ ਦਾ ਮਤਲਬ ਉਹ ਉਲਝ ਜਾਂਦਾ ਹੈ ਕਿ ਮੈਂ ਕਿਹੜੀ ਰੋਡ ਤੇ ਟਰੈਵਲ ਕਰਾਂ, ਵਿਚ ਰੋਡ ਟੂ ਟਰੈਵਲ। ਇਸ ਗੱਲ ਦੇ ਪ੍ਰਤੀ ਉਹ ਉਲਝ ਜਾਂਦਾ ਹੈ। ਦ ਪੋਇਟ ਚੋਜ਼ ਦ ਰੋਡ ਵਿਚ ਵਾਜ਼ ਲੈਸ ਟਰੈਵਲਡ ਬਾਈ ਦ ਪੀਪਲ। ਤਾਂ ਹੁਣ ਕਵੀ ਉਸ ਰੋਡ ਦਾ ਚੁਣਾਵ ਕਰ ਲੈਂਦਾ ਹੈ। ਚੂਜ਼ ਦੀ ਆਪਾਂ ਬੱਚਿਓ ਸੈਕਿੰਡ ਫਾਰਮ ਲਗਾਈ ਹੈ। ਉਸ ਰੋਡ ਦਾ ਚੁਣਾਵ ਕਰਦਾ ਹੈ ਜਿਹੜੀ ਕਿ ਘੱਟ ਟਰੈਵਲ ਕੀਤੀ ਜਾਂਦੀ ਸੀ ਲੋਕਾਂ ਦੁਆਰਾ। ਲੈਸ ਟਰੈਵਲ ਦਾ ਮਤਲਬ ਘੱਟ ਟਰੈਵਲ ਕੀਤੀ ਜਾਂਦੀ ਸੀ, ਮਤਲਬ ਕਿ ਉਸ 'ਤੇ ਲੋਕ ਘੱਟ ਯਾਤਰਾ ਕਰਦੇ ਸੀ। ਤਾਂ ਉਹ ਵਾਲੀ ਰੋਡ ਉਹ ਚੁਣ ਲੈਂਦਾ। ਜਿਸ ਰੋਡ 'ਤੇ ਲੋਕੀ ਜ਼ਿਆਦਾ ਚੱਲਦੇ ਸੀ ਉਹ ਰੋਡ ਨੂੰ ਉਹ ਨਹੀਂ ਚੁਣਦਾ। That road was very grassy and it was covered with many leaves। ਤਾਂ ਹੁਣ ਇਹ ਜਿਹੜੀ ਰੋਡ ਉਸਨੇ ਚੁਣੀ ਹੁੰਦੀ ਹੈ ਇਹ ਕਾਫੀ ਗ੍ਰਾਸੀ ਹੁੰਦੀ ਹੈ ਨਾ। ਗ੍ਰਾਸੀ ਦਾ ਮਤਲਬ ਉਸ 'ਤੇ ਘਾਹ ਲੱਗਿਆ ਹੁੰਦਾ ਹੈ ਅਤੇ ਉਸ ਦੇ ਉੱਪਰ ਬਹੁਤ ਸਾਰੇ ਪੱਤੇ ਬਿਖਰੇ ਹੁੰਦੇ ਨੇ। ਲੀਵਸ ਮਤਲਬ ਪੱਤੇ, ਲੀਫ ਦਾ ਜਿਹੜਾ ਪਲੂਰਲ ਫਾਰਮ ਹੁੰਦੀ ਹੈ ਉਸ ਨੂੰ ਆਪਾਂ ਲੀਵਸ ਕਹਿੰਦੇ ਆ, ਪੱਤੇ। The poet says that the path that we do not choose in our life is the road not taken। ਤਾਂ ਯਾਦ ਕਰੋ ਬੱਚਿਓ ਆਪਣਾ ਇੱਕ ਕੁਐਸਚਨ ਇਹ ਵੀ ਹੈ ਕਿ ਜਸਟੀਫਾਈ ਦਾ ਟਾਈਟਲ ਆਫ ਦਾ ਪੋਇਮ। ਤਾਂ ਇਹ ਵਾਲੀ ਲਾਈਨ ਤੁਸੀਂ ਜ਼ਰੂਰ ਲਿਖਣੀ ਹੈ ਉਹ ਕੁਐਸਚਨ ਦਾ ਆਨਸਰ ਦੇਣ ਲੱਗੇ ਕਿ ਕਵੀ ਕਹਿੰਦਾ ਹੈ ਕਿ ਉਹ ਰਸਤਾ ਜਿਹੜਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਚੁਣਦੇ, ਵੀ ਡੂ ਨੋਟ ਚੂਜ਼। ਇੱਥੇ ਹੁਣ ਚੂਜ਼ ਆਪਾਂ ਫਸਟ ਫਾਰਮ ਲਗਾਈ ਹੈ ਕਿਉਂਕਿ ਇਸ ਦੀ ਹੈਲਪਿੰਗ ਵਰਬ ਡੂ ਹੈ। ਵੀ ਡੂ ਨੋਟ ਚੂਜ਼, ਜੋ ਅਸੀਂ ਰੋਡ ਨਹੀਂ ਚੁਣਦੇ ਜਾਂ ਜੋ ਅਸੀਂ ਰਸਤਾ ਨਹੀਂ ਲੈਂਦੇ ਆਪਣੀ ਲਾਈਫ ਦੇ ਵਿੱਚ, ਉਸ ਰਸਤੇ ਨੂੰ ਕਵੀ ਨੇ ਦਾ ਰੋਡ ਨੋਟ ਟੇਕਨ ਕਿਹਾ ਹੈ। ਯਾਦ ਕਰੋ ਬੱਚਿਓ ਕਿ ਕਵੀ ਨੂੰ ਇਸ ਗੱਲ ਦੀ ਇੱਕ ਮਲਾਲ ਰਹਿੰਦਾ ਹੈ ਕਿ ਜੇਕਰ ਮੈਨੂੰ ਸ਼ਾਇਦ ਉਹ ਰਸਤਾ ਦੁਬਾਰਾ ਮਿਲ ਜੇ ਤਾਂ ਮੈਂ ਉਹ ਦੁਬਾਰਾ ਉਸ ਰਸਤੇ 'ਤੇ ਜਾ ਕੇ ਦੇਖਾਂ। ਲੇਕਿਨ ਉਸਨੇ ਕਿਉਂਕਿ ਉਹ ਰਸਤਾ ਨਹੀਂ ਸੀ ਲਿਆ, ਉਸਦੇ ਰਸਤੇ ਨੂੰ ਉਸਨੇ ਦਾ ਰੋਡ ਨੋਟ ਟੇਕਨ ਕਿਹਾ ਹੈ। ਲਾਈਫ ਇਜ਼ ਅ ਕੰਟੀਨਿਊਸ ਜਰਨੀ। ਤਾਂ ਬੱਚਿਓ ਜਿਹੜੀ ਜ਼ਿੰਦਗੀ ਹੈ ਇਹ ਤਾਂ ਇੱਕ ਲਗਾਤਾਰ ਯਾਤਰਾ ਵਰਗੀ ਹੈ। ਕੰਟੀਨਿਊਸ ਜਰਨੀ ਹੈ, ਜ਼ਿੰਦਗੀ ਤਾਂ ਚੱਲਦੀ ਰਹਿੰਦੀ ਹੈ। ਜਰਨੀ ਦਾ ਮਤਲਬ ਹੁੰਦਾ ਹੈ ਯਾਤਰਾ, ਕੰਟੀਨਿਊਸ ਦਾ ਮਤਲਬ ਨਿਰੰਤਰ। ਇਟ ਥਰੋਜ਼ ਮੈਨੀ ਚੋਇਸਿਸ ਬਿਫੋਰ ਅਸ। ਜ਼ਿੰਦਗੀ ਸਾਡੇ ਸਾਹਮਣੇ ਕਈ ਵਾਰੀ ਬਹੁਤ ਸਾਰੀਆਂ ਚੋਇਸਿਸ ਅੱਗੇ ਰੱਖਦੀ ਹੈ। ਇਟ ਦਾ ਮਤਲਬ ਇੱਥੇ ਲਾਈਫ ਨੂੰ ਕਿਹਾ ਗਿਆ ਹੈ। ਰੋਜ਼ ਦਾ ਮਤਲਬ ਪੇਸ਼ ਕਰਦੀ ਹੈ, ਸਾਡੇ ਸਾਹਮਣੇ ਰੱਖਦੀ ਹੈ, ਸਾਡੇ ਸਾਹਮਣੇ ਸੁੱਟਦੀ ਹੈ ਬਹੁਤ ਸਾਰੀਆਂ ਚੋਇਸਿਸ। ਬਿਫੋਰ ਅਸ ਦਾ ਮਤਲਬ ਸਾਡੇ ਸਾਹਮਣੇ। ਬਟ ਆਵਰ ਲਾਈਫ ਡਿਪੈਂਡਸ ਅਪੋਨ ਦਾ ਡਿਸੀਜ਼ਨਸ ਵੀ ਟੇਕ। ਪਰ ਸਾਡੀ ਜ਼ਿੰਦਗੀ ਇਸ ਗੱਲ 'ਤੇ ਡਿਪੈਂਡ ਕਰਦੀ ਹੈ, ਨਿਰਭਰ ਕਰਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੇ ਫੈਸਲੇ ਲਏ ਹਨ। ਡਿਪੈਂਡ ਅਪੋਨ ਦਾ ਮਤਲਬ ਹੁੰਦਾ ਬੱਚਿਓ ਨਿਰਭਰ ਕਰਨਾ, ਤੇ ਨਿਰਭਰ ਕਿਹਨਾਂ 'ਤੇ ਕਰਦੀ ਹੈ? ਦਾ ਡਿਸੀਜ਼ਨ, ਉਹਨਾਂ ਫੈਸਲਿਆਂ 'ਤੇ ਵੀ ਟੇਕ ਜੋ ਅਸੀਂ ਲਏ ਹੁੰਦੇ ਨੇ। ਐਂਡ ਵੀ ਹੈਵ ਟੂ ਫੇਸ ਦਾ ਰਿਜ਼ਲਟਸ ਆਫ ਦੀਜ਼ ਡਿਸੀਜ਼ਨਸ ਇਨ ਆਵਰ ਲਾਈਫ। ਅਤੇ ਸਾਨੂੰ ਫਿਰ ਫੇਸ ਕਰਨਾ ਪੈਂਦਾ ਹੈ, ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨਤੀਜਿਆਂ ਨੂੰ ਜਿਹੜੇ ਕਿ ਆਏ ਹੁੰਦੇ ਨੇ ਇਹਨਾਂ ਫੈਸਲਿਆਂ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ। ਠੀਕ ਹੈ, ਅਸੀਂ ਡਿਸੀਜ਼ਨ ਤਾਂ ਲੈ ਲਏ ਲੇਕਿਨ ਇਹਨਾਂ ਫੈਸਲਿਆਂ ਦੇ ਨਤੀਜਿਆਂ ਨੂੰ ਤਾਂ ਸਾਨੂੰ ਹੀ ਸਾਹਮਣਾ ਕਰਨਾ ਹੁੰਦਾ ਹੈ, ਤਾਂ ਸਾਨੂੰ ਇਹਨਾਂ ਨੂੰ ਫੇਸ ਕਰਨਾ ਪੈਂਦਾ ਸਾਡੀ ਜ਼ਿੰਦਗੀ ਦੇ ਵਿੱਚ। ਤਾਂ ਇਹ ਗੱਲ ਬੱਚਿਓ ਬਹੁਤ ਮੈਟਰ ਕਰਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਫੈਸਲੇ ਕਿਸ ਤਰ੍ਹਾਂ ਦੇ ਲੈਂਦੇ ਹਾਂ। ਚੰਗੇ ਫੈਸਲੇ ਨਾਲ ਸਾਡੀ ਜ਼ਿੰਦਗੀ ਚੰਗੀ ਬਣਦੀ ਹੈ, ਮਾੜੇ ਫੈਸਲੇ ਨਾਲ ਸਾਡੀ ਜ਼ਿੰਦਗੀ ਚੰਗੀ ਨਹੀਂ ਰਹਿੰਦੀ। ਤਾਂ ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਵਾਲਾ ਜਿਹੜਾ ਸੈਂਟਰਲ ਆਈਡੀਆ ਜਾਂ ਜਸਟੀਫਾਈ ਦਾ ਟਾਈਟਲ ਆਫ ਦਾ ਪੋਇਮ ਹੈ ਇਹ ਪੂਰੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਹੁਣ ਅਸੀਂ ਇਸ ਪੋਇਮ ਦੇ ਐਂਡ ਦੇ ਵਿੱਚ ਜਿਹੜੀਆਂ ਦਿੱਤੀਆਂ ਹੋਈਆਂ ਐਕਸਰਸਾਈਜ਼ਸ ਨੇ ਉਹਨਾਂ ਦੇ ਸੋਲੂਸ਼ਨ ਡਿਸਕਸ ਕਰਾਂਗੇ। ਤਾਂ ਸਟੂਡੈਂਟਸ ਕੰਪਰੀਹੈਂਸ਼ਨ ਐਂਡ ਇੰਜੋਇਮੈਂਟ ਵਾਲੀਆਂ ਐਕਸਰਸਾਈਜ਼ਸ ਦੇ ਦੂਸਰੇ ਕੁਐਸਚਨ ਦੇ ਵਿੱਚ ਸਾਨੂੰ ਇਸ ਪੋਇਮ ਦਾ ਇੱਕ ਸਟੈਂਜ਼ਾ ਦਿੱਤਾ ਹੋਇਆ ਹੈ। ਇਹ ਸਾਡਾ ਪਹਿਲਾ ਸਟੈਂਜ਼ਾ ਹੈ ਪੋਇਮ ਦਾ ਅਤੇ ਦੋ ਲਾਈਨਸ ਦੂਸਰੇ ਸਟੈਂਜ਼ੇ ਦੀਆਂ ਵੀ ਲਈਆਂ ਹੋਈਆਂ ਹਨ। ਤਾਂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਕਿ ਨੇਮ ਦਾ ਪੋਇਟ। ਤਾਂ ਸਾਨੂੰ ਪਤਾ ਹੈ ਕਿ ਇਸ ਪੋਇਮ ਦੇ ਪੋਇਟ ਨੇ ਜੀ ਰੋਬਰਟ ਫਰੋਸਟ। ਅਸੀਂ ਇਸ ਕੁਐਸਚਨ ਦਾ ਆਨਸਰ ਲਿਖਾਂਗੇ ਕਿ ਦਾ ਨੇਮ ਆਫ ਦਾ ਪੋਇਟ ਇਜ਼ ਰੋਬਰਟ ਫਰੋਸਟ।
ਤਾਂ ਮੈਂ ਪਹਿਲਾਂ ਦੱਸਿਆ ਹੈ ਬੱਚਿਓ ਕਿ ਰੋਬਰਟ ਫਰੋਸਟ ਦੇ ਕੈਪੀਟਲ ਲੈਟਰਸ ਤੇ ਸਮਾਲ ਲੈਟਰਸ ਦਾ ਧਿਆਨ ਰੱਖਣਾ ਹੈ। ਤਾਂ ਸਟੂਡੈਂਟ ਸੈਕਿੰਡ ਕੁਐਸਚਨ ਹੈ ਜੀ ਕਿ ਵਟ ਡਜ਼ ਦਾ ਪੋਇਟ ਸੀ ਇਨ ਫਰੰਟ ਆਫ ਹਿਮ। ਇਨ ਫਰੰਟ ਆਫ ਦਾ ਮਤਲਬ ਹੁੰਦਾ ਬੱਚਿਓ ਸਾਹਮਣੇ। ਤਾਂ ਕਵੀ ਆਪਣੇ ਸਾਹਮਣੇ ਕੀ ਦੇਖਦਾ ਹੈ? ਤਾਂ ਪੋਇਮ ਦੇ ਸ਼ੁਰੂ 'ਚ ਹੀ ਉਹ ਜੰਗਲ ਦੇ ਵਿੱਚੋਂ ਜਾ ਰਿਹਾ ਹੁੰਦਾ ਹੈ। ਜਿਸ ਰਸਤੇ ਤੇ ਜਾ ਰਿਹਾ ਹੁੰਦਾ ਹੈ ਤਾਂ ਇੱਕ ਪੁਆਇੰਟ ਤੇ ਜਾ ਕੇ ਉਹ ਰਸਤਾ ਦੋ ਰਸਤਿਆਂ ਦੇ ਵਿੱਚ ਬਣ ਜਾਂਦਾ ਹੈ। ਤਾਂ ਅਸੀਂ ਇਹੀ ਆਨਸਰ ਲਿਖਾਂਗੇ। ਤਾਂ ਅਸੀਂ ਆਨਸਰ ਲਿਖਿਆ ਹੈ ਕਿ ਹੀ ਸੀਜ਼ ਟੂ ਰੋਡਸ ਦੈਟ ਡਾਈਵਰਜ ਇਨਟੂ ਡਿਫਰੈਂਟ ਡਾਇਰੈਕਸ਼ਨਸ। ਤਾਂ ਉਸ ਨੂੰ ਦੋ ਰਸਤੇ ਨਜ਼ਰ ਆਉਂਦੇ ਨੇ ਜੀ। ਹੀ ਸੀਜ਼ ਟੂ ਰੋਡਸ, ਦੋ ਰਸਤੇ ਉਸ ਨੂੰ ਦਿਖਦੇ ਨੇ ਜਿਹੜੇ ਕਿ ਵੱਖ ਹੋ ਜਾਂਦੇ ਨੇ ਡਾਈਵਰਜ ਇਨਟੂ। ਡਾਈਵਰਜ ਇਨਟੂ ਦਾ ਮਤਲਬ ਹੁੰਦਾ ਹੈ ਅਲੱਗ ਹੋ ਜਾਣਾ, ਅਲੱਗ ਹੋ ਜਾਂਦੇ ਨੇ ਡਿਫਰੈਂਟ ਡਾਇਰੈਕਸ਼ਨਸ ਵੱਲ, ਅਲੱਗ-ਅਲੱਗ ਦਿਸ਼ਾਵਾਂ ਵੱਲ। ਤਾਂ ਇਹ ਸਾਡਾ ਦੂਸਰੇ ਕੁਐਸਚਨ ਦਾ ਆਨਸਰ ਹੋ ਗਿਆ। ਤੀਸਰਾ ਕੁਐਸਚਨ ਹੈ ਕਿ ਵਟ ਇਜ਼ ਦਾ ਪੋਇਟ ਸੋਰੀ ਅਬਾਊਟ। ਕਿ ਕਵੀ ਨੂੰ ਕਿਸ ਗੱਲ ਦਾ ਅਫਸੋਸ ਹੈ? ਸੋਰੀ ਦਾ ਮਤਲਬ ਅਫਸੋਸ ਹੋਣਾ। ਤਾਂ ਸਟੂਡੈਂਟਸ ਤੁਹਾਨੂੰ ਪਤਾ ਹੋਣਾ ਕਿ ਕਵੀ ਨੂੰ ਦੋਨੇ ਹੀ ਰਸਤੇ ਅੱਛੇ ਲੱਗਦੇ ਨੇ, ਉਹ ਦੋਨਾਂ ਰਸਤਿਆਂ 'ਤੇ ਹੀ ਜਾਣਾ ਚਾਹੁੰਦਾ ਹੈ, ਪਰੰਤੂ ਕਿਉਂਕਿ ਉਸਨੇ ਉਸ ਸਮੇਂ ਡਿਸੀਜ਼ਨ ਲੈਣਾ ਹੁੰਦਾ ਹੈ, ਫੈਸਲਾ ਲੈਣਾ ਹੁੰਦਾ ਹੈ, ਤੇ ਉਸ ਸਮੇਂ ਕੇਵਲ ਇੱਕ ਰਸਤੇ 'ਤੇ ਹੀ ਚੱਲ ਸਕਦਾ ਸੀ ਉਹ। ਇਸੇ ਗੱਲ ਦਾ ਉਸ ਨੂੰ ਅਫਸੋਸ ਹੈ ਕਿ ਉਹ ਉਸ ਸਮੇਂ ਦੋਵੇਂ ਰਸਤਿਆਂ 'ਤੇ ਨਹੀਂ ਚੱਲ ਸਕਦਾ। ਤਾਂ ਅਸੀਂ ਇਹਦਾ ਆਨਸਰ ਲਿਖਾਂਗੇ ਕਿ ਹੀ ਇਜ਼ ਸੋਰੀ, ਉਸ ਨੂੰ ਅਫਸੋਸ ਹੈ, ਬਿਕੋਜ਼ ਕਿਉਂਕਿ ਹੀ ਕੈਨ ਨੋਟ ਟਰੈਵਲ, ਉਹ ਯਾਤਰਾ ਨਹੀਂ ਕਰ ਸਕਦਾ, ਬੋਥ ਦਾ ਰੋਡ, ਦੋਵੇਂ ਰਸਤਿਆਂ 'ਤੇ, ਐਟ ਦੈਟ ਟਾਈਮ, ਉਸ ਸਮੇਂ, ਕਿਉਂਕਿ ਉਸਨੇ ਉਸ ਸਮੇਂ ਇੱਕੋ ਹੀ ਫੈਸਲਾ ਲੈਣਾ ਹੁੰਦਾ ਹੈ ਅਤੇ ਉਸਨੇ ਇੱਕੋ ਹੀ ਰੋਡ ਨੂੰ ਚੂਜ਼ ਕਰਨਾ ਹੁੰਦਾ ਹੈ, ਇਸ ਕਰਕੇ ਉਹ ਦੋਵੇਂ ਰੋਡਸ 'ਤੇ ਨਹੀਂ ਚੱਲ ਸਕਦਾ। ਇਸੇ ਗੱਲ ਦਾ ਉਸ ਨੂੰ ਅਫਸੋਸ ਰਹਿੰਦਾ ਹੈ। ਫੋਰਥ ਤੇ ਲਾਸਟ ਕੁਐਸਚਨ ਹੈ ਜੀ ਇਸ ਐਕਸਰਸਾਈਜ਼ ਦਾ ਕਿ ਵਟ ਇਜ਼ ਦਾ ਸਿੰਬੋਲਿਕ ਮੀਨਿੰਗ ਆਫ ਟੂ ਡਿਫਰੈਂਟ ਪਾਥਸ ਇਨ ਦਾ ਵੁਡਸ। ਤਾਂ ਬੱਚਿਓ ਮੈਂ ਤੁਹਾਨੂੰ ਇਸ ਪੋਇਮ ਦੀ ਐਕਸਪਲੇਨੇਸ਼ਨ ਕਰਦੇ ਹੋਏ ਪਹਿਲੇ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇਹ ਪੋਇਮ ਸਿੰਬਲਸ ਦੇ ਨਾਲ ਭਰੀ ਹੋਈ ਪੋਇਮ ਹੈ। ਅਸੀਂ ਐਕਸਪਲੇਨੇਸ਼ਨ ਦੇ ਵਿੱਚ ਯੈਲੋ ਵੁੱਡ ਦੇ ਸਿੰਬਲ ਨੂੰ ਡਿਸਕਸ ਕੀਤਾ ਸੀ, ਅੰਡਰ ਗਰੋਥ ਵਾਲੇ ਸਿੰਬਲ ਨੂੰ ਡਿਸਕਸ ਕੀਤਾ ਸੀ ਅਤੇ ਹੋਰ ਬਹੁਤ ਸਾਰੇ ਸਿੰਬਲ ਅਸੀਂ ਡਿਸਕਸ ਕੀਤੇ ਸੀ। ਹੁਣ ਇਹ ਕੁਐਸਚਨ ਇੱਕ ਸਿੰਬਲ ਬਾਰੇ ਹੀ ਹੈ ਕਿ ਜਿਹੜੇ ਦੋ ਵੱਖ-ਵੱਖ ਰਸਤੇ ਕਵੀ ਨੂੰ ਜੰਗਲ ਦੇ ਵਿੱਚ ਮਿਲਦੇ ਨੇ, ਉਹਨਾਂ ਦਾ ਸਿੰਬੋਲਿਕ ਮੀਨਿੰਗ ਕੀ ਹੈ, ਕਿ ਇਹ ਕਿਸ ਚੀਜ਼ ਵੱਲ ਸਾਡਾ ਇਸ਼ਾਰਾ ਕਰਦੇ ਨੇ, ਇਹ ਕਿਸ ਚੀਜ਼ ਦੇ ਸਿੰਬਲ ਨੇ, ਇਹ ਜਿਹੜੇ ਦੋ ਡਿਫਰੈਂਟ ਪਾਥਸ ਨੇ। ਤਾਂ ਬੱਚਿਓ ਅਸੀਂ ਦੇਖਿਆ ਸੀ ਕਿ ਕਵੀ ਨੂੰ ਜੰਗਲ ਦੇ ਵਿੱਚ ਚੱਲਦੇ ਹੋਏ ਦੋ ਰਸਤੇ ਮਿਲਦੇ ਨੇ, ਤਾਂ ਇਹ ਜਿਹੜੇ ਦੋ ਰਸਤੇ ਹੁੰਦੇ ਨੇ ਇੱਕ ਤਰ੍ਹਾਂ ਦੇ ਨਾਲ ਉਸ ਦੀਆਂ ਉਹ ਦੋ ਆਪਸ਼ਨਸ ਹੁੰਦੀਆਂ ਨੇ। ਇਹ ਹਾਲਾਤ ਸਾਡੀ ਲਾਈਫ ਦੇ ਵਿੱਚ ਵੀ ਬੱਚਿਓ ਬਹੁਤ ਵਾਰੀ ਹੁੰਦੇ ਨੇ, ਜਦੋਂ ਸਾਨੂੰ ਕੋਈ ਇੱਕ ਫੈਸਲਾ ਲੈਣਾ ਹੁੰਦਾ ਹੈ ਲੇਕਿਨ ਸਾਡੇ ਕੋਲੇ ਦੋ ਆਪਸ਼ਨਸ ਹੁੰਦੀਆਂ ਨੇ, ਤਾਂ ਇਹਨਾਂ ਆਪਸ਼ਨਸ ਵੱਲ ਹੀ ਇਹ ਦੋ ਰਸਤੇ ਇਸ਼ਾਰਾ ਕਰਦੇ ਨੇ। ਤਾਂ ਅਸੀਂ ਇਹੀ ਚੀਜ਼ ਆਨਸਰ ਦੇ ਵਿੱਚ ਲਿਖਾਂਗੇ। ਤਾਂ ਅਸੀਂ ਇਹ ਆਨਸਰ ਲਿਖਾਂਗੇ ਕਿ ਦੇ ਰਿਪਰੈਜ਼ੈਂਟ ਦਾ ਚੋਇਸਿਸ ਵੀ ਹੈਵ ਇਨ ਆਵਰ ਲਾਈਫ। ਰਿਪਰੈਜ਼ੈਂਟ ਦਾ ਮਤਲਬ ਪ੍ਰਤੀਨਿਧਤਾ ਕਰਨੀ ਜਾਂ ਸਿੰਪਲ ਸ਼ਬਦਾਂ ਦੇ ਵਿੱਚ ਦੱਸਣਾ ਕਿ ਇਹ ਦੱਸਦੇ ਹਨ ਉਹਨਾਂ ਚੋਇਸਿਸ ਵੱਲ, ਉਹਨਾਂ ਵਿਕਲਪਾਂ ਵੱਲ। ਦੇ ਦਾ ਮਤਲਬ ਇੱਥੇ ਕੀ ਹੈ? ਉਹੀ ਟੂ ਡਿਫਰੈਂਟ ਪਾਥਸ, ਕਿ ਜਿਹੜੇ ਦੋ ਅਲੱਗ-ਅਲੱਗ ਰਸਤੇ ਨੇ, ਇਹ ਉਹਨਾਂ ਵਿਕਲਪਾਂ ਬਾਰੇ ਸਾਨੂੰ ਦੱਸਦੇ ਨੇ ਜਿਹੜੇ ਕਿ ਸਾਡੇ ਕੋਲੇ ਸਾਡੀ ਜ਼ਿੰਦਗੀ ਦੇ ਵਿੱਚ ਮੌਜੂਦ ਹੁੰਦੇ ਨੇ। ਵੀ ਹੈਵ ਇਨ ਆਵਰ ਲਾਈਫ। ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਸਾਨੂੰ ਦੋ ਆਪਸ਼ਨਸ ਦੇ ਵਿੱਚੋਂ ਚੁਣਾਵ ਕਰਨਾ ਪੈਂਦਾ ਹੈ, ਉਹਨਾਂ ਦੋ ਆਪਸ਼ਨਸ ਵੱਲ ਹੀ ਇਹ ਦੋ ਰਸਤੇ ਇਸ਼ਾਰਾ ਕਰਦੇ ਨੇ। ਤਾਂ ਸਟੂਡੈਂਟਸ ਉਮੀਦ ਹੈ ਕਿ ਤੁਹਾਨੂੰ ਸੈਕਿੰਡ ਐਕਸਰਸਾਈਜ਼ ਪੂਰੀ ਤਰ੍ਹਾਂ ਸਮਝ ਆ ਗਈ ਹੋਵੇਗੀ। ਹੁਣ ਅਸੀਂ ਤੀਸਰੀ ਐਕਸਰਸਾਈਜ਼ ਦੇਖਦੇ ਹਾਂ। ਤਾਂ ਸਟੂਡੈਂਟਸ ਥਰਡ ਐਕਸਰਸਾਈਜ਼ ਕਰਨ ਜਾ ਰਹੇ ਹਾਂ। ਜੇ ਤੁਸੀਂ ਦੇਖੋ ਤਾਂ ਐਕਸਰਸਾਈਜ਼ ਦੇ ਵਿੱਚ ਜੋ ਸਟੈਂਜ਼ਾ ਦਿੱਤਾ ਹੋਇਆ ਹੈ ਇਹ ਪੋਇਮ ਦਾ ਲਾਸਟ ਸਟੈਂਜ਼ਾ ਹੈ। ਤਾਂ ਪਹਿਲਾ ਕੁਐਸਚਨ ਹੈ ਜੀ ਕਿ ਵਿਚ ਪਾਥ ਡਿਡ ਦਾ ਪੋਇਟ ਚੂਜ਼ ਟੂ ਟਰੈਵਲ। ਕਿਹੜਾ ਰਸਤਾ ਕਵੀ ਨੇ ਯਾਤਰਾ ਕਰਨ ਲਈ ਚੁਣਿਆ? ਤਾਂ ਸਾਨੂੰ ਪਤਾ ਹੈ ਬੱਚਿਓ ਕਿ ਜਦੋਂ ਕਵੀ ਨੂੰ ਦੋ ਰਸਤੇ ਮਿਲਦੇ ਨੇ ਤਾਂ ਪਹਿਲਾਂ ਤਾਂ ਉਹ ਬਹੁਤ ਦੇਰ ਤੱਕ ਸੋਚਦਾ ਹੈ, ਫਿਰ ਬਹੁਤ ਦੂਰ ਤੱਕ ਦੇਖਣ ਦੀ ਵੀ ਕੋਸ਼ਿਸ਼ ਕਰਦਾ ਹੈ। ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਪਹਿਲਾ ਸਟੈਂਜ਼ਾ ਇੱਕ ਤਰ੍ਹਾਂ ਨਾਲ ਵੇਇੰਗ ਦਾ ਡਿਫਰੈਂਟ ਆਪਸ਼ਨਸ ਦੇ ਨਾਲ ਸੰਬੰਧਿਤ ਹੁੰਦਾ ਹੈ। ਸੈਕਿੰਡ ਸਟੈਂਜ਼ੇ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਕਵੀ ਨੇ ਰਸਤਾ ਚੁਣ ਲਿਆ, ਮੇਕਿੰਗ ਦਾ ਚੋਇਸ, ਇਹ ਵਾਲਾ ਸੀ ਸਾਡਾ ਸਟੈਂਜ਼ਾ। ਤੇ ਅਸੀਂ ਫਿਰ ਲਿਖਾਂਗੇ ਕਿ ਹੀ ਚੋਜ਼ ਦਾ ਪਾਥ ਲੈਸ ਟਰੈਵਲਡ ਬਾਈ ਦਾ ਪੀਪਲ। ਤਾਂ ਉਹ ਰਸਤਾ ਚੁਣਦਾ ਹੈ, ਪਾਥ ਦਾ ਮਤਲਬ ਰਸਤਾ, ਚੂਜ਼ ਦੀ ਸੈਕਿੰਡ ਫਾਰਮ ਚੋਜ਼ ਲਗਾਈ ਹੈ, ਜੋ ਕਿ ਲੈਸ ਟਰੈਵਲਡ, ਜਿਸ ਉੱਤੇ ਕਿ ਘੱਟ ਟਰੈਵਲ ਕੀਤਾ ਗਿਆ ਹੁੰਦਾ, ਯਾਤਰਾ ਕੀਤੀ ਗਈ ਹੁੰਦੀ ਹੈ ਬਾਈ ਦਾ ਪੀਪਲ, ਲੋਕਾਂ ਦੁਆਰਾ। ਸੈਕਿੰਡ ਕੁਐਸਚਨ ਹੈ ਜੀ ਕਿ ਵਟ ਡਜ਼ ਦਾ ਪੋਇਟ ਮੀਨ ਬਾਈ ਦਾ ਵਰਡ ਡਿਫਰੈਂਸ ਇਨ ਦਾ ਲਾਸਟ ਲਾਈਨ। ਤਾਂ ਬੱਚਿਓ ਲਾਸਟ ਲਾਈਨ ਦੇ ਵਿੱਚ ਇੱਕ ਵਰਡ ਆਇਆ ਡਿਫਰੈਂਸ। ਤੇ ਮੈਂ ਤੁਹਾਨੂੰ ਪੋਇਮ ਦੀ ਐਕਸਪਲੇਨੇਸ਼ਨ ਕਰਦੇ ਹੋਏ ਦੱਸਿਆ ਸੀ ਕਿ ਕਵੀ ਕਹਿੰਦਾ ਹੈ ਕਿ ਜੋ ਮੈਂ ਰਸਤਾ ਚੁਣਿਆ ਉਸ ਨਾਲ ਮੇਰੀ ਜ਼ਿੰਦਗੀ ਬਦਲ ਗਈ। ਤਾਂ ਹੁਣ ਇਹ ਜਿਹੜਾ ਕੁਐਸਚਨ ਹੈ ਇਸੇ ਸ਼ਬਦ ਦੇ ਬਾਰੇ ਹੈ, ਡਿਫਰੈਂਸ ਦੇ ਬਾਰੇ। ਤਾਂ ਜਿਹੜਾ ਸ਼ਬਦ ਬੱਚਿਓ ਡਿਫਰੈਂਸ ਆਇਆ ਹੈ, ਇਸ ਤੋਂ ਕਵੀ ਦਾ ਕੀ ਮਤਲਬ ਹੈ? ਤਾਂ ਬੱਚਿਓ ਜਿਵੇਂ ਕਿ ਅਸੀਂ ਕਵਿਤਾ ਪੜ੍ਹੀ ਸੀ ਤਾਂ ਲਾਸਟ ਸਟੈਂਜ਼ੇ ਤੋਂ ਸਾਨੂੰ ਇਹ ਕਲੀਅਰ ਨਹੀਂ ਹੁੰਦਾ ਕਿ ਕਵੀ ਨੂੰ ਆਪਣੇ ਡਿਸੀਜ਼ਨ ਦੇ ਪ੍ਰਤੀ ਮਾਣ ਹੈ ਜਾਂ ਮਾਣ ਨਹੀਂ ਹੈ। ਓਪਨ ਐਂਡਡ ਪੋਇਮ ਹੈ, ਕਵੀ ਨੇ ਤੁਹਾਡੇ ਤੇ ਛੱਡਤਾ, ਤੁਸੀਂ ਜੋ ਵੀ ਫੈਸਲਾ ਲਓਗੇ ਉਹ ਸਹੀ ਹੀ ਹੋਏਗਾ।
ਕਿਉਂਕਿ ਕਵੀ ਨੇ ਸਿਰਫ ਇੰਨਾ ਕਿਹਾ ਹੈ ਕਿ ਮੇਰੇ ਫੈਸਲੇ ਨਾਲ ਮੇਰੀ ਜ਼ਿੰਦਗੀ 'ਚ ਬਦਲਾਵ ਆ ਗਿਆ। ਹੁਣ ਇਹ ਬਦਲਾਵ ਚੰਗੇ ਲਈ ਆਇਆ ਸੀ ਜਾਂ ਚੰਗੇ ਲਈ ਨਹੀਂ ਸੀ ਆਇਆ, ਇਹਦੇ ਬਾਰੇ ਕਵਿਤਾ ਦੇ ਵਿੱਚ ਕੁਝ ਨਹੀਂ ਦੱਸਿਆ ਗਿਆ। ਅਸੀਂ ਇਸ ਦਾ ਆਨਸਰ ਇਹ ਲਿਖਾਂਗੇ ਕਿ ਇਟ ਮੀਨਸ ਕਿ ਇਹ ਜਿਹੜਾ ਡਿਫਰੈਂਟ ਸ਼ਬਦ ਆਇਆ, ਇਸ ਦਾ ਮਤਲਬ ਇਹ ਹੈ ਕਿ ਜਿਹੜੀ ਉਸਨੇ ਚੁਆਇਸ ਆਪਣੀ ਜ਼ਿੰਦਗੀ ਦੇ ਵਿੱਚ ਕੀਤੀ ਸੀ, ਦਾ ਚੁਆਇਸ ਹੈਜ਼ ਮੇਡ ਹਿਜ਼ ਲਾਈਫ, ਤਾਂ ਉਸ ਚੁਆਇਸ ਨੇ ਉਸ ਦੀ ਜ਼ਿੰਦਗੀ ਡਿਫਰੈਂਟ ਕਰਤੀ, ਅਲੱਗ ਕਰਤੀ। ਕਵੀ ਨੇ ਇੰਨਾ ਕਹਿ ਕੇ ਕਿ ਮੇਰੀ ਲਾਈਫ ਮੇਰੇ ਫੈਸਲੇ ਦੇ ਨਾਲ ਡਿਫਰੈਂਟ ਹੋ ਗਈ ਸੀ, ਸਾਨੂੰ ਵੀ ਉਹੀ ਚੀਜ਼ ਲਿਖਣੀ ਚਾਹੀਦੀ ਹੈ ਕਿਉਂਕਿ ਕਵਿਤਾ ਇੱਕ ਓਪਨ ਐਂਡਡ ਪੋਇਮ ਹੈ। ਸੀ ਕੁਐਸਚਨ ਕਿ ਇਜ਼ ਦਾ ਪੋਇਟ ਡਾਊਟਫੁਲ ਅਬਾਊਟ ਹਿਜ਼ ਡਿਸੀਜਨ, ਕੀ ਕਵੀ ਨੂੰ ਆਪਣੇ ਫੈਸਲੇ ਬਾਰੇ ਸ਼ੱਕ ਹੈ। ਕਵਿਤਾ ਦੇ ਲਾਸਟ ਸਟੈਂਜ਼ੇ ਦੇ ਵਿੱਚ ਕਵੀ ਇੱਕ ਸਾਡੇ ਲਈ ਬੁਝਾਰਤ ਜੀ ਛੱਡ ਜਾਂਦਾ ਹੈ ਕਿ ਮੇਰੇ ਫੈਸਲੇ ਦੇ ਨਾਲ ਜ਼ਿੰਦਗੀ 'ਚ ਬਦਲਾਵ ਆ ਗਿਆ। ਹਾਲਾਂਕਿ ਪੋਇਮ ਦੇ ਪਹਿਲੇ ਦੂਸਰੇ ਪੈਰੇ ਦੇ ਵਿੱਚ ਕਵੀ ਥੋੜਾ ਜਿਹਾ ਕਨਫਿਊਜ਼ ਰਹਿੰਦਾ ਹੈ ਕਿ ਉਸਨੇ ਰਸਤਾ ਕਿਹੜਾ ਚੁਣਨਾ ਹੈ, ਪਰੰਤੂ ਤੀਸਰੇ ਪੈਰੇ ਦੇ ਵਿੱਚ ਉਹ ਇੱਕ ਰਿਐਕਸ਼ਨ ਦਿੰਦਾ ਆਪਣੇ ਡਿਸੀਜਨ ਦੇ ਪ੍ਰਤੀ, ਅਤੇ ਫਿਰ ਫੋਰਥ ਪੈਰੇ ਦੇ ਵਿੱਚ ਉਹ ਜਸਟੀਫਾਈ ਵੀ ਕਰਦਾ ਆਪਣੇ ਡਿਸੀਜਨ ਨੂੰ ਕਿ ਮੇਰੇ ਡਿਸੀਜਨ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਦਲਾਵ ਲਿਆਂਦਾ। ਉਸ ਨੂੰ ਡਾਊਟ ਆਪਣੇ ਡਿਸੀਜਨ ਦੇ ਪ੍ਰਤੀ ਫੋਰਥ ਸਟੈਂਜ਼ੇ ਦੇ ਵਿੱਚ ਨਹੀਂ ਹੁੰਦਾ, ਲੇਕਿਨ ਹਾਂ ਉਸ ਨੂੰ ਡਾਊਟ ਇੱਕ ਜ਼ਰੂਰ ਰਹਿੰਦਾ ਹੈ ਕਿ ਕੀ ਮੈਂ ਉਸ ਰਸਤੇ ਤੇ ਦੁਬਾਰਾ ਜਾਊਂਗਾ ਜੋ ਮੈਂ ਛੱਡਤਾ ਸੀਗਾ ਪਹਿਲਾਂ। ਤਾਂ ਅਸੀਂ ਇਹੀ ਆਨਸਰ ਲਿਖਾਂਗੇ ਕਿ ਹੀ ਇਜ਼ ਡਾਊਟਫੁਲ ਆਫ ਨਾਟ ਬੀਇੰਗ ਏਬਲ ਟੂ ਵਾਕ ਦਾ ਫਸਟ ਰੋਡ ਇਨ ਹਿਜ਼ ਲਾਈਫ, ਕਿ ਉਸ ਨੂੰ ਸ਼ੱਕ ਸਿਰਫ ਇਹ ਰਹਿੰਦਾ ਹੈ ਕਿ ਉਹ ਜਿਹੜੀ ਪਹਿਲੀ ਰੋਡ ਉਸਨੇ ਨਹੀਂ ਸੀ ਚੁਣੀ ਉਸ ਤੇ ਉਹ ਦੁਬਾਰਾ ਚੱਲ ਪਾਵੇਗਾ ਆਪਣੀ ਜ਼ਿੰਦਗੀ ਦੇ ਵਿੱਚ, ਇਸ ਦੇ ਪ੍ਰਤੀ ਉਹ ਡਾਊਟਫੁਲ ਰਹਿੰਦਾ ਹੈ। ਲਾਸਟ ਕੁਐਸਚਨ ਹੈ ਜੀ ਕਿ ਜਸਟੀਫਾਈ ਦਾ ਟਾਈਟਲ ਆਫ ਦਾ ਪੋਇਮ ਦਾ ਰੋਡ ਨੋਟ ਟੇਕਨ। ਤਾਂ ਬੱਚਿਓ ਮੈਂ ਆਲਰੇਡੀ ਇਹ ਵਾਲਾ ਆਨਸਰ ਕਵਰ ਕਰ ਚੁੱਕਿਆ ਹਾਂ ਸੈਂਟਰਲ ਆਈਡੀਆ ਆਫ ਦਾ ਪੋਇਮ ਦੇ ਵਿੱਚ, ਤੁਸੀਂ ਉਸ ਨੂੰ ਰੈਫਰ ਕਰ ਸਕਦੇ ਹੋ। ਤਾਂ ਇਸ ਦੇ ਨਾਲ ਹੀ ਸਾਡੀ ਜਿਹੜੀ ਥਰਡ ਐਕਸਰਸਾਈਜ਼ ਖਤਮ ਹੁੰਦੀ ਹੈ। ਉਮੀਦ ਹੈ ਕਿ ਤੁਹਾਨੂੰ ਇਹ ਸਾਰੀ ਐਕਸਰਸਾਈਜ਼ ਵੀ ਸਮਝ ਆ ਗਈ ਹੋਵੇਗੀ। ਤੇ ਇਸ ਦੇ ਨਾਲ ਹੀ ਸਾਡੇ ਸਾਰੇ ਪੋਇਮ ਦੇ ਕੁਐਸਚਨ ਆਨਸਰ ਵੀ ਬੱਚਿਓ ਕੰਪਲੀਟ ਹੁੰਦੇ ਨੇ। ਤੇ ਇਸ ਦੇ ਨਾਲ ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਰੀ ਪੋਇਮ ਵੀ ਕਲੀਅਰ ਹੋ ਗਈ ਹੋਵੇਗੀ ਅਤੇ ਅੱਜ ਦਾ ਜੋ ਸਾਡਾ ਮੇਨ ਕੁਐਸਚਨ ਸੀ ਸੈਂਟਰਲ ਆਈਡੀਆ ਆਫ ਦਾ ਪੋਇਮ, ਉਹ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਫਿਰ ਵੀ ਜੇਕਰ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ +2 ਕਲਾਸ ਦੇ ਹੋਰ ਬਹੁਤ ਸਾਰੇ ਮੇਰੇ ਦੁਆਰਾ ਬਣਾਏ ਹੋਏ ਵੀਡੀਓ ਦੇ ਲਿੰਕ ਸਕਰੀਨ ਦੇ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਆਪਾਂ ਹੋਰ ਕਿਸੇ +2 ਕਲਾਸ ਦੇ ਚੈਪਟਰ ਨੂੰ ਲੈ ਕੇ ਮਿਲਾਂਗੇ ਜੀ। ਫਿਰ ਮਿਲਦੇ ਹਾਂ, ਧੰਨਵਾਦ।